दुनिया देख रहे सारे दर्शकों का स्वागत है। मैं साहिल। पिछले ਐਤਵਾਰ 15 अगस्त ਨੂੰ ਜਦੋਂ ਭਾਰਤ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਸੀ ਤਾਂ ਉਸੇ ਵਕਤ ਸਾਡੇ ਗਵਾਂਢੀ ਮੁਲਕ ਅਫਗਾਨਿਸਤਾਨ ਵਿੱਚ ਹਾਲਾਤ ਬਿਲਕੁਲ ਬਦਲ ਰਹੇ ਸਨ। ਤਾਲਿਬਾਨ ਲੜਾਕੇ ਕਾਬੁਲ ਦੇ ਵਿੱਚ ਦਾਖਲ ਹੁੰਦੇ ਨੇ ਔਰ ਐਤਵਾਰ ਦੇਰ ਸ਼ਾਮ ਨੂੰ ਉਹ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲੈਂਦੇ ਨੇ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਘਾਨੀ ਦੇਸ਼ ਛੱਡ ਕੇ ਭੱਜ ਚੁੱਕੇ ਹਨ ਅਤੇ लगभग सारे अफगानिस्तान ते तालिबान ने मुड़ अपना कब्जा कर लिया है। अमरीकी फौजा के जाण तो बाद लगातार तालिबान ने ताकत ने जोर फड़िया और उन्होंने सारे अफगानिस्तान ते अपना कब्जा जमा लिया है। लोगों में दहशत का माहौल है और सोशल मीडिया ते वेख्या गया कि जो अफगानिस्तान के इलाकों चों और खास करके काबुल के हामिद करजई अंतरराष्ट्रीय हवाई अड्डे तो जो तस्वीरां आ रही सन ਉਹਦੇ ਵਿੱਚ ਵੇਖਿਆ ਜਾ ਰਿਹਾ ਸੀ ਕਿ ਬਹੁਤ ਹਫੜਾ ਦਫੜੀ ਮੱਚੀ ਹੋਈ ਆ। ਅਫਗਾਨਿਸਤਾਨ ਦੇ ਨਾਗਰਿਕ ਵੀ, ਵਿਦੇਸ਼ੀ ਨਾਗਰਿਕ, ਐਮਬੈਸੀਆਂ ਦਾ ਸਟਾਫ ਜਿਵੇਂ ਕਿਵੇਂ ਅਫਗਾਨਿਸਤਾਨ ਛੱਡ ਕੇ ਜਾਣਾ ਚਾਹੁੰਦਾ ਔਰ ਇੱਥੋਂ ਤੱਕ ਵੀ ਵੇਖਿਆ ਗਿਆ ਕਿ ਲੋਕ ਇੱਕ ਅਮਰੀਕੀ ਹਵਾਈ ਸੈਨਾ ਦੇ ਹਵਾਈ ਜਹਾਜ਼ ਦੇ ਉਹਦੇ ਲੈਂਡਿੰਗ ਗੇਅਰ ਨਾਲ, ਉਹਦੇ ਟਾਇਰਾਂ ਨਾਲ ਲੰਮਕ ਕੇ ਵੀ ਉਹਨਾਂ ਨੇ ਦੇਸ਼ ਛੱਡਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹ ਮੁਲਕ ਦੇ ਵਿੱਚੋਂ ਬਾਹਰ ਚਲੇ ਜਾਣ, ਪਰ ਜਿਉਂ ਹੀ ਜਹਾਜ਼ ਨੇ ਉਡਾਨ ਭਰੀ ਤਾਂ ਦੋ ਵਿਅਕਤੀ ਉਹਦੇ ਲੈਂਡਿੰਗ ਗੇਅਰ ਤੋਂ ਹੇਠਾਂ ਡਿੱਗ ਗਏ, ਉਹਨਾਂ ਦੀ ਮੌਤ ਹੋ ਗਈ। ਇਸੇ ਤਰੀਕੇ ਦੇ ਨਾਲ ਹੀ ਅਮਰੀਕੀ ਫੌਜਾਂ ਨੇ ਅਫਗਾਨਿਸਤਾਨ ਦੇ ਇਸ 에ਅਰਪੋਰਟ ਤੇ ਕਬਜ਼ਾ ਲੈ ਲਿਆ ਹੈ ਔਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਵੀ ਲੋਕ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਉੱਥੋਂ ਕੱਢਿਆ ਜਾਵੇ। ਹਾਲਾਂਕਿ ਤਾਲਿਬਾਨ ਨੇ ਕਿਹਾ ਹੈ ਕਿ ਜੰਗ ਦਾ ਅੰਤ ਹੋ ਚੁੱਕਾ ਹੈ, ਉਹ ਪੂਰੀ ਤਰ੍ਹਾਂ ਅਫਗਾਨਿਸਤਾਨ ਤੇ ਕਾਬਜ਼ ਹਨ ਅਤੇ ਉਹਨਾਂ ਨੇ ਸਾਰੇ ਮੁਲਕਾਂ ਨੂੰ ਇਹ ਕਿਹਾ ਹੈ ਕਿ ਉਹ ਹੁਣ ਸਰਕਾਰ ਬਣਾਉਣਗੇ ਤੇ ਉਹਨਾਂ ਦੀ ਸਰਕਾਰ ਨੂੰ ਮਾਨਤਾ ਦਿੱਤੀ ਜਾਵੇ। ਤਾਂ ਅੱਜ ਜਦੋਂ ਇਹ ਸਾਰਾ ਕੁਝ ਸਾਡੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ ਤਾਂ ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਇਤਿਹਾਸ ਵਿੱਚ ਅਜਿਹਾ ਕੀ ਵਾਪਰਿਆ ਕਿ ਅਫਗਾਨਿਸਤਾਨ ਜੰਗ ਦਾ ਮੈਦਾਨ ਬਣ ਗਿਆ। ਇੰਨਾ ਖੂਬਸੂਰਤ ਮੁਲਕ ਸਾਮਰਾਜੀ ਮੁਲਕਾਂ ਦੀ ਚੌਧਰ ਦੀ ਰੇਸ ਕਰਕੇ ਜੰਗ ਦਾ ਮੈਦਾਨ ਕਿਵੇਂ ਬਣ ਗਿਆ ਔਰ ਆਉਣ ਵਾਲੇ ਸਮਾਂ ਵਿੱਚ ਕੀ ਹਾਲਾਤ ਹੋ ਸਕਦੇ ਨੇ। ਇਸ ਦੇ ਨਾਲ ਹੀ ਇਹ ਵੀ ਜਾਣਨਾ ਬਹੁਤ ਜ਼ਰੂਰੀ ਹੈ ਕਿ ਤਾਲਿਬਾਨ ਕੀ ਹੈ, ਤਾਲਿਬਾਨ ਆਪਣੀ ਤਾਕਤ ਕਿੱਥੋਂ ਹਾਸਲ ਕਰਦਾ ਹੈ ਤੇ ਹੁਣ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਉੱਪਰ ਕਬਜ਼ਾ ਕਰ ਲਿਆ ਹੈ ਤਾਂ ਇਸ ਦੇ ਕੌਮਾਂਤਰੀ ਰਾਜਨੀਤੀ ਵਿੱਚ ਕੀ ਅਸਰ ਵੇਖਣ ਨੂੰ ਮਿਲਣਗੇ। ਜੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ ਇਹ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਨੇ ਕਦੇ ਵੀ ਕਿਸੇ ਦੀ ਗੁਲਾਮੀ ਨਹੀਂ ਮੰਨੀ, ਕਦੇ ਵੀ ਕਿਸੇ ਦੀ ਈਨ ਨਹੀਂ ਮੰਨੀ। ਇਹ ਕਿਹਾ ਜਾਂਦਾ ਕਿ ਅਫਗਾਨੀਆਂ ਨੂੰ ਪਹਾੜੇ 'ਤੇ ਤਾਂ ਲਿਆ ਜਾ ਸਕਦਾ ਹੈ ਪਰ ਉਹਨਾਂ ਨੂੰ ਗੁਲਾਮ ਬਣਾ ਕੇ ਕਦੇ ਵੀ ਨਹੀਂ ਰੱਖਿਆ ਜਾ ਸਕਦਾ। ਜਦੋਂ ਸੋਵੀਅਤ ਰੂਸ ਸਮਾਜਵਾਦੀ ਤਾਕਤ ਤੋਂ ਇੱਕ ਸਾਮਰਾਜੀ ਤਾਕਤ ਬਣ ਗਿਆ ਤਾਂ ਉਸਨੇ ਅਫਗਾਨਿਸਤਾਨ ਉੱਪਰ ਹਮਲਾ ਕੀਤਾ। ਅਫਗਾਨੀਆਂ ਨੇ ਉਸਦਾ ਡਟ ਕੇ ਵਿਰੋਧ ਕੀਤਾ ਔਰ ਜਿਹੜੇ ਲੋਕਲ ਉੱਥੋਂ ਦੇ ਲੋਕ ਲੜ ਰਹੇ ਸੀਗੇ ਉਹਨਾਂ ਵਿੱਚੋਂ ਇੱਕ ਸੰਗਠਨ ਸੀ ਤਾਲਿਬਾਨ। ਤਾਲਿਬਾਨ ਇੱਕ ਪਸ਼ਤੋ ਭਾਸ਼ਾ ਦਾ ਸ਼ਬਦ ਹੈ, ਇਸ ਦਾ ਅਰਥ ਹੈ ਵਿਦਿਆਰਥੀ। ਤਾਂ ਉੱਤਰੀ ਪਾਕਿਸਤਾਨ ਨਾਲ ਲੱਗਦੇ ਅਫਗਾਨੀ ਸਰਹੱਦ 'ਤੇ ਪਸ਼ਤੋ ਲੋਕਾਂ ਦੀ ਬਹੁਤ ਵੱਡੀ ਗਿਣਤੀ ਰਹਿੰਦੀ ਹੈ। ਉਸ ਇਲਾਕੇ ਤੋਂ ਇਹ ਮੂਵਮੈਂਟ ਉੱਠੀ, ਇਹ ਸਾਰੇ ਵਿਦਿਆਰਥੀ ਸੀਗੇ ਔਰ ਇਹਨਾਂ ਨੂੰ ਅਮਰੀਕਾ ਨੇ ਬੈਕ ਕੀਤਾ। ਅਮਰੀਕਾ ਨੇ ਇਸ ਨੂੰ ਪੈਸੇ ਦਿੱਤੇ, ਅਮਰੀਕਾ ਨੇ ਇਸ ਨੂੰ ਹਥਿਆਰ ਲੈ ਕੇ ਦਿੱਤੇ ਔਰ ਇਸੇ ਕਰਕੇ ਹੀ ਸੋਵੀਅਤ ਰੂਸ 1999 ਤੱਕ ਅਫਗਾਨਿਸਤਾਨ ਦੇ ਲੋਕਾਂ ਨਾਲ ਲੜਦਾ ਰਿਹਾ, ਤਾਲਿਬਾਨ ਨਾਲ ਲੜਦਾ ਰਿਹਾ, ਪਰ ਅਖੀਰ ਉਸ ਨੂੰ ਹਾਰ ਦਾ ਮੂੰਹ ਵੇਖਣਾ ਔਰ ਸੋਵੀਅਤ ਰੂਸ ਟੁੱਟਣ ਦਾ ਇੱਕ ਵੱਡਾ ਕਾਰਨ ਵੀ ਇਹੀ ਬਣਿਆ। ਤੇ ਜਦੋਂ ਸੋਵੀਅਤ ਆਰਮੀ ਅਫਗਾਨਿਸਤਾਨ ਛੱਡ ਕੇ ਚਲੀ ਗਈ ਤਾਂ ਤਾਲਿਬਾਨ ਇੰਨਾ ਕੁ ਤਾਕਤਵਰ ਹੋ ਚੁੱਕਾ ਸੀਗਾ ਕਿ ਉਸਨੇ ਹੌਲੀ ਹੌਲੀ ਸਾਰੇ ਅਫਗਾਨਿਸਤਾਨ 'ਤੇ ਆਪਣਾ ਕਬਜ਼ਾ ਜਮਾਉਣਾ ਉਹ ਸ਼ੁਰੂ ਕਰ ਦਿੱਤਾ। ਤਾਂ 1995 ਤੱਕ ਉਹ ਕਾਬੁਲ ਪਹੁੰਚ ਚੁੱਕੇ ਸੀਗੇ ਔਰ ਲਗਭਗ ਅਫਗਾਨਿਸਤਾਨ ਦੇ 85% ਹਿੱਸੇ 'ਤੇ ਉਹਨਾਂ ਦਾ ਕਬਜ਼ਾ ਸੀਗਾ। ਉਸ ਵਕਤ ਉਹਨਾਂ ਨੇ ਸ਼ਰੀਆ ਕਾਨੂੰਨ ਲਾਗੂ ਕੀਤਾ। ਜਦੋਂ ਤਾਲਿਬਾਨ ਪਿੰਡਾਂ ਵਿੱਚ, ਸ਼ਹਿਰਾਂ ਵਿੱਚ ਦਾਖਲ ਹੋਏ, ਰੂਸੀ ਆਰਮੀ ਵਾਪਸ ਗਈ ਤਾਂ ਅਫਗਾਨੀ ਲੋਕਾਂ ਨੇ ਤਾਲਿਬਾਨ ਦਾ ਬਹੁਤ ਖੁੱਲ੍ਹ ਕੇ ਸਵਾਗਤ ਕੀਤਾ ਕਿਉਂਕਿ ਉਹ ਰੂਸੀ ਆਰਮੀ ਤੋਂ ਵੀ ਤੰਗ ਆ ਚੁੱਕੇ ਸਨ ਔਰ ਜਿਹੜਾ ਲੋਕਲ ਮੁਜਾਹਿਦੀਨ ਦੀ ਆਪਸੀ ਖਹਿਬਾਜ਼ੀ ਤੋਂ ਵੀ ਤੰਗ ਆ ਚੁੱਕੇ ਸਨ। ਤਾਂ ਲੋਕਾਂ ਨੇ ਉਹਦਾ ਸਵਾਗਤ ਕੀਤਾ ਪਰ ਹੌਲੀ ਹੌਲੀ ਸਥਿਤੀ ਬਦਲ ਗਈ ਕਿਉਂਕਿ ਤਾਲਿਬਾਨ ਇੱਕ ਕੱਟਰ ਇਸਲਾਮੀ ਸੰਗਠਨ ਸੀਗਾ। ਉਹਨਾਂ ਨੇ ਸ਼ਰੀਆ ਕਾਨੂੰਨ ਲਾਗੂ ਕੀਤਾ। ਸ਼ਰੀਆ ਕਾਨੂੰਨ ਦੇ ਤਹਿਤ ਔਰਤਾਂ ਦੇ ਹੱਕ ਬਹੁਤ ਘੱਟ ਸਨ, ਮਰਦਾਂ ਨੂੰ ਵੀ ਜਿਹੜਾ ਸਖਤ ਕਾਨੂੰਨ ਦੇ ਹੇਠ ਰਹਿਣਾ ਪੈਂਦਾ ਸੀਗਾ ਔਰ ਇਹ ਸਾਰੇ ਕਾਸੇ ਕਰਕੇ ਅਫਗਾਨਿਸਤਾਨ ਦੇ ਹਾਲਾਤ ਬਹੁਤ ਮਾੜੇ ਹੋ ਗਏ। ਉੱਥੋਂ ਦੀ ਇਕੋਨਮੀ ਵੀ ਬਹੁਤ ਬੁਰੀ ਤਰ੍ਹਾਂ ਥੱਲੇ ਡਿੱਗੀ। ਇੱਕ ਪਾਸੇ ਜਿੱਥੇ ਤਾਲਿਬਾਨ ਨੇ ਆਪਣੀ ਸੱਤਾ ਅਫਗਾਨਿਸਤਾਨ ਵਿੱਚ ਸਥਾਪਿਤ ਕਰ ਲਈ ਸੀ ਤਾਂ ਸੋਵੀਅਤ ਰੂਸ ਦੇ ਟੁੱਟਣ ਨਾਲ
ਦੁਨੀਆ ਬਹੁਧਰੁਵੀ ਨਾ ਰਹਿ ਕੇ ਇੱਕ ਧਰੁਵੀ ਬਣ ਗਈ ਸੀ ਔਰ ਅਮਰੀਕਾ ਇੱਕ ਵੱਡੀ ਸਾਮਰਾਜੀ ਤਾਕਤ ਵਜੋਂ ਉੱਭਰਿਆ। ਤਾਂ ਅਮਰੀਕਾ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਚੌਧਰ ਸਥਾਪਿਤ ਕਰਨ ਲਈ ਔਰ ਖਾਸ ਕਰਕੇ ਜਿਹੜਾ ਮਿਡਲ ਈਸਟ ਦਾ ਖਿੱਤਾ, ਇੱਥੋਂ ਦੇ ਤੇਲ ਦੇ ਸਰੋਤਾਂ 'ਤੇ ਕਬਜ਼ਾ ਕਰਨ ਲਈ ਇੱਕ ਇਸਲਾਮੀ ਦਹਿਸ਼ਤਗਰਦੀ ਦਾ ਹਊਆ ਖੜਾ ਕੀਤਾ 9/11 ਦਾ ਅਟੈਕ ਕਰਵਾ ਕੇ। ਔਰ 9/11 ਦਾ ਅਟੈਕ ਦਾ ਦੋਸ਼ ਅਲ-ਕਾਇਦਾ ਦੇ ਸਿਰ ਮੜਿਆ ਔਰ ਇਹ ਕਿਹਾ ਕਿ ਤਾਲਿਬਾਨ ਅਲ-ਕਾਇਦਾ ਨੂੰ ਪਨਾਹ ਦਿੰਦਾ। ਅਲ-ਕਾਇਦਾ ਦਾ ਮੁਖੀ ਉਸਾਮਾ ਬਿਨ ਲਾਦੇਨ ਅਫਗਾਨਿਸਤਾਨ ਦੀਆਂ ਤੋਰਾ ਬੋਰਾ ਦੀਆਂ ਪਹਾੜੀਆਂ ਦੇ ਵਿੱਚ ਲੁਕਿਆ ਹੋਇਆ। ਇਹ ਸਾਰਾ ਇੱਕ ਹਊਆ ਬਣਾ ਕੇ, ਇੱਕ ਝੂਠ ਖੜਾ ਕਰਕੇ ਉਹਨਾਂ ਨੇ ਅਫਗਾਨਿਸਤਾਨ ਉੱਪਰ ਹਮਲਾ ਕਰ ਦਿੱਤਾ। ਔਰ 2001 ਤੋਂ ਲੈ ਕੇ ਹੁਣ 2020 ਤੱਕ 2021 ਤੱਕ ਅਮਰੀਕਾ ਉੱਥੇ ਲੜਦਾ ਰਿਹਾ, ਪਰ ਜਿਵੇਂ ਕਿ ਅਫਗਾਨੀ ਲੋਕਾਂ ਦਾ ਖਾਸਾ ਰਿਹਾ, ਉਹ ਕਦੇ ਵੀ ਕਿਸੇ ਦੀ ਈਨ ਨਹੀਂ ਮੰਨਦੇ। ਉਹਨਾਂ ਨੇ ਡਟ ਕੇ ਅਮਰੀਕਾ ਦਾ ਮੁਕਾਬਲਾ ਕੀਤਾ ਔਰ ਇਹ ਵੀ ਹੁਣ ਆਪਾਂ ਕਹਿ ਸਕਦੇ ਹਾਂ ਕਿ ਅਫਗਾਨੀ ਲੋਕਾਂ ਨੇ ਅਮਰੀਕਾ ਨੂੰ ਹਰਾ ਦਿੱਤਾ, ਐਡੀ ਵੱਡੀ ਸਾਮਰਾਜੀ ਤਾਕਤ ਨੂੰ ਹਰਾ ਦਿੱਤਾ ਕਿ ਡੋਨਲਡ ਟਰੰਪ ਨੂੰ ਇਹ ਕਹਿਣਾ ਪਿਆ ਕਿ ਅਸੀਂ ਆਪਦੀਆਂ ਫੌਜਾਂ ਅਫਗਾਨਿਸਤਾਨ ਵਿੱਚੋਂ ਵਾਪਸ ਬੁਲਾ ਰਹੇ ਹਾਂ। ਇਸ ਦੇ ਵਿੱਚ ਅਮਰੀਕਾ ਦੇ ਇਸ ਜੰਗ ਦੇ ਵਿੱਚ ਅਮਰੀਕਾ ਦੇ 2500 ਸੈਨਿਕ ਮਾਰੇ ਗਏ, 1200 ਦੇ ਕਰੀਬ ਸੈਨਿਕ ਜਿਹੜੇ ਆ ਉਹ ਨਕਾਰਾ ਹੋ ਗਏ, ਉਹ ਜ਼ਖਮੀ ਹੋ ਗਏ। ਇਹਦੇ ਵਿੱਚ ਹਜ਼ਾਰਾਂ ਅਫਗਾਨੀ ਲੋਕਾਂ ਦੀਆਂ ਜਾਨਾਂ ਵੀ ਗਈਆਂ, ਪੱਤਰਕਾਰ ਵੀ ਮਾਰੇ ਗਏ। ਪਿਛਲੇ ਦਿਨੀ ਭਾਰਤ ਦੇ ਇੱਕ ਫੋਟੋਗ੍ਰਾਫਰ ਦਾਨਿਸ਼ ਸਿੱਦੀਕੀ, ਉਹਨਾਂ ਦੀ ਵੀ ਮੌਤ ਇਸ ਕ੍ਰਾਸ ਫਾਇਰਿੰਗ ਦੇ ਵਿੱਚ ਉਹ ਹੋਈ। ਔਰ ਹੁਣ ਹਾਲਾਤ ਇਹ ਆ ਕਿ ਅਮਰੀਕਾ ਨੂੰ ਬਾਹਰ ਜਾਣਾ ਪਿਆ ਔਰ ਇਹ ਕਿਆਸਾਂ ਲਗਾਈਆਂ ਜਾ ਰਹੀਆਂ ਸੀ। ਇਹ ਲਗਭਗ ਤੈਅ ਸੀਗਾ ਕਿ ਜਦੋਂ ਅਮਰੀਕਾ ਦੀਆਂ ਫੌਜਾਂ ਵਾਪਸ ਜਾਣਗੀਆਂ, ਜੋ ਬਾਈਡਨ ਜੋ ਕਿ ਨਵੇਂ ਰਾਸ਼ਟਰਪਤੀ ਆਏ ਨੇ, ਉਹਨਾਂ ਨੇ ਡੋਨਲਡ ਟਰੰਪ ਦਾ ਉਹ ਫੈਸਲਾ ਲਾਗੂ ਕੀਤਾ ਤਾਂ ਤਾਲਿਬਾਨ ਨੇ ਮੁੜ ਸੱਤਾ ਦੇ ਵਿੱਚ ਆਉਣਾ ਹੀ ਸੀਗਾ। ਔਰ ਇੱਦਾਂ ਹੀ ਹੋਇਆ। ਪਿਛਲੇ ਐਤਵਾਰ ਤਾਲਿਬਾਨ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਦਾਖਲ ਹੋਏ ਔਰ ਦੇਰ ਸ਼ਾਮ ਨੂੰ ਉਹਨਾਂ ਨੇ ਰਾਸ਼ਟਰਪਤੀ ਮਹਿਲ ਦੇ ਉੱਪਰ ਵੀ ਕਬਜ਼ਾ ਕਰ ਲਿਆ। ਅਮਰੀਕਾ ਦੀ ਇੱਕ ਹਾਰ ਦਾ ਕਾਰਨ, ਜਿੱਥੇ ਅਫਗਾਨੀ ਲੋਕਾਂ ਦੇ ਲੜਾਕੂ ਸੁਭਾਅ ਨੂੰ ਵੀ ਕਿਹਾ ਜਾ ਸਕਦਾ, ਉੱਥੇ ਇੱਕ ਵੱਡਾ ਕਾਰਨ ਇਹ ਵੀ ਆ ਕਿ 2008 ਦੇ ਆਰਥਿਕ ਸੰਕਟ ਤੋਂ ਬਾਅਦ ਅਮਰੀਕਾ ਦੀ ਇਕਨੋਮੀ ਬਹੁਤ ਗਿਰ ਗਈ। ਇਸ ਜੰਗ ਵਿੱਚ ਵੀ ਉਹਨੂੰ ਬਹੁਤ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਇਸ ਜੰਗ ਕਰਕੇ। ਔਰ ਚੀਨ ਅਤੇ ਰੂਸ ਵੀ ਵੱਡੀਆਂ ਤਾਕਤਾਂ ਵਜੋਂ ਉੱਭਰੇ ਹਨ, ਯਾਨੀ ਕਿ ਦੁਬਾਰਾ ਜਿਹੜੀ ਦੁਨੀਆ ਉਹ ਇੱਕ ਧਰੁਵੀ ਨਾ ਰਹਿ ਕੇ ਹੁਣ ਬਹੁਧਰੁਵੀ ਬਣ ਗਈ ਆ। ਤਾਂ ਇਹਨਾਂ ਸਾਮਰਾਜੀ ਮੁਲਕਾਂ ਵਿੱਚ ਤਾਕਤ ਜਿਹੜੀ ਜੰਗਬਾਜ਼ੀ ਸੀ, ਉਹ ਜਿਹੜੀ ਰੇਸ ਸੀ ਸਭ ਤੋਂ ਅੱਗੇ ਆਉਣ ਦੀ, ਉਹ ਵੀ ਤੇਜ਼ ਹੁੰਦੀ ਗਈ। ਤਾਂ ਇਹਨਾਂ ਕਾਰਨਾਂ ਕਰਕੇ ਵੀ ਅਮਰੀਕਾ ਨੂੰ ਆਪਣੇ ਪੈਰ ਪਿੱਛੇ ਪੱਟਣੇ ਪਏ। ਇਸ ਗੱਲ ਦਾ ਅੰਦਾਜ਼ਾ ਇੱਥੋਂ ਵੀ ਲਗਾਇਆ ਜਾ ਸਕਦਾ ਕਿ ਰੂਸ ਨੇ ਬਹੁਤ ਸਮਾਂ ਪਹਿਲਾਂ ਹੀ, ਕੁਝ ਮਹੀਨੇ ਪਹਿਲਾਂ ਹੀ ਤਾਲਿਬਾਨ ਨਾਲ ਇੱਕ ਬਹੁਤ ਧਿਰੀ ਗੱਲਬਾਤ ਸ਼ੁਰੂ ਕਰ ਲਈ ਸੀ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ ਇਸ ਗੱਲਬਾਤ ਵਿੱਚ ਸ਼ਾਮਿਲ ਨਹੀਂ ਹੋਣ ਦਿੱਤਾ ਗਿਆ, ਕਿਉਂਕਿ ਭਾਰਤ ਅਮਰੀਕਾ ਮੂਹਰੇ ਆਪਣੇ ਲਗਾਤਾਰ ਗੋਡੇ ਟੇਕਦਾ ਰਿਹਾ ਔਰ ਇਸ ਗੱਲ ਕਰਕੇ ਉਸ ਨੂੰ ਬਹੁਤ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪਿਆ ਕਿ ਉਹ ਇਸ ਗੱਲਬਾਤ ਦਾ ਹਿੱਸਾ ਨਹੀਂ ਸੀ। ਅਮਰੀਕੀ ਸਰਕਾਰ ਦੀ ਤਾਲਿਬਾਨ ਨਾਲ ਇੱਕ ਲੰਬੀ ਗੱਲਬਾਤ ਚੱਲੀ ਸੀ। ਅਮਰੀਕਾ ਨੇ 2 ਭਰੋਸੇ ਲਏ ਤਾਲਿਬਾਨ ਤੋਂ, ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਆਪਣੀਆਂ ਫੌਜਾਂ ਇੱਥੋਂ ਬਾਹਰ ਕੱਢਾਂਗੇ। ਪਹਿਲਾ ਭਰੋਸਾ ਤਾਲਿਬਾਨ ਤੋਂ ਇਹ ਲਿਆ ਗਿਆ ਕਿ ਤਾਲਿਬਾਨ ਅਫਗਾਨਿਸਤਾਨ ਦੀ ਧਰਤੀ ਤੇ ਅਲ-ਕਾਇਦਾ ਵਰਗੇ ਸੰਗਠਨਾਂ ਨੂੰ ਪਨਾਹ ਨਹੀਂ ਦੇਵੇਗਾ। ਔਰ ਦੂਸਰੀ ਗੱਲ ਕਿ ਤਾਲਿਬਾਨ ਅਫਗਾਨਿਸਤਾਨ ਦੀ ਧਰਤੀ ਤੇ ਕੋਈ ਵੀ ਅਮਰੀਕਾ ਵਿਰੋਧੀ ਗਤੀਵਿਧੀ ਨਹੀਂ ਹੋਣ ਦੇਵੇਗਾ। ਤਾਂ ਇਹਨਾਂ 2 ਭਰੋਸਿਆਂ ਨੇ ਇਹ ਗੱਲ ਬਿਲਕੁਲ ਸਾਫ਼ ਕਰ ਦਿੱਤੀ ਕਿ ਇੱਕ ਤਾਂ ਜੋ ਸਰਕਾਰ ਹੁਣ ਤੱਕ ਅਫਗਾਨਿਸਤਾਨ ਦੇ ਵਿੱਚ ਚੱਲਦੀ ਰਹੀ ਅਮਰੀਕਾ ਦੇ ਹਮਲਾ ਕਰਨ ਤੋਂ ਬਾਅਦ, ਉਹ ਅਮਰੀਕਾ ਦੀ ਬੈਕ ਕੀਤੀ ਹੋਈ ਸੀਗੀ, ਅਮਰੀਕਾ ਨੇ ਹੀ ਖੜੀ ਕੀਤੀ ਸੀ। ਔਰ ਜਦੋਂ ਅਮਰੀਕਾ ਚਲਾ ਗਿਆ ਤਾਂ ਉਹ ਸਰਕਾਰ ਵੀ ਢਹਿ ਢੇਰੀ ਹੋ ਗਈ ਔਰ ਇਹ ਲਗਭਗ ਤੈਅ ਸੀਗਾ ਕਿ ਤਾਲਿਬਾਨ ਨੇ ਮੁੜ ਸੱਤਾ ਦੇ ਵਿੱਚ ਆ ਜਾਣਾ। ਔਰ ਦੂਸਰੀ ਗੱਲ, ਤਾਲਿਬਾਨ ਨੂੰ ਇਹ ਕਹਿ ਕੇ ਕਿ ਉਹ ਅਲ-ਕਾਇਦਾ ਵਰਗੇ ਦਹਿਸ਼ਤਗਰਦੀ ਸੰਗਠਨ ਨੂੰ ਪਨਾਹ ਨਾ ਦੇਵੇ, ਤਾਂ ਅਮਰੀਕਾ ਨੇ ਇਹ ਮੰਨ ਲਿਆ ਕਿ ਤਾਲਿਬਾਨ ਖੁਦ ਇੱਕ ਦਹਿਸ਼ਤਗਰਦ ਸੰਗਠਨ ਨਹੀਂ ਹੈ। ਅਫਗਾਨਿਸਤਾਨ ਵਿੱਚ ਅਮਰੀਕਾ ਦੀ ਹਾਰ ਅਤੇ ਤਾਲਿਬਾਨ ਦੇ ਮੁੜ ਸੱਤਾ ਵਿੱਚ ਆਉਣ ਨਾਲ ਕੌਮਾਂਤਰੀ ਪੱਧਰ ਤੇ ਅਤੇ ਇਸ ਖੱਤੇ ਵਿੱਚ ਦੂਰਸ ਤਬਦੀਲੀਆਂ ਵਾਪਰਨਗੀਆਂ ਅਤੇ ਵਾਪਰ ਵੀ ਰਹੀਆਂ ਹਨ। ਚੀਨ, ਰੂਸ ਅਤੇ ਪਾਕਿਸਤਾਨ ਨੇ ਇਹ ਐਲਾਨ ਕੀਤਾ ਹੈ ਕਿ ਉਹ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣਗੇ। ਆਉਣ ਵਾਲੇ ਦਿਨਾਂ ਵਿੱਚ ਕੀ ਹੋਵੇਗਾ ਇਹ ਤਾਂ ਭਵਿੱਖ ਦੀ ਗਰਭ ਦੇ ਵਿੱਚ ਹੀ ਪਿਆ ਹੈ, ਪਰ ਇੱਕ ਗੱਲ ਤਾਂ ਬਿਲਕੁਲ ਤੈਅ ਹੈ ਕਿ ਕੋਈ ਵੀ ਵਿਦੇਸ਼ੀ ਤਾਕਤ ਕਿਸੇ ਮੁਲਕ ਦੇ ਅੰਦਰੂਨੀ ਮਾਮਲਿਆਂ 'ਤੇ ਜੇਕਰ ਦਖਲ ਦੇਵੇਗੀ ਤਾਂ ਕਦੇ ਵੀ ਉਹ ਸਫਲਤਾ ਹਾਸਲ ਨਹੀਂ ਕਰ ਸਕਦੀ। ਤਾਂ ਇਹ ਮਾਮਲਾ ਅਫਗਾਨਿਸਤਾਨ ਦਾ ਅੰਦਰੂਨੀ ਮਾਮਲਾ,
ਇਹ ਅਫਗਾਨੀ ਲੋਕ ਤੈਅ ਕਰਨਗੇ ਕਿ ਕੀ ਉਹ ਤਾਲਿਬਾਨ ਦੀ ਸੱਤਾ ਨੂੰ ਅਪਣਾਉਂਦੇ ਨੇ ਜਾਂ ਨਹੀਂ ਅਪਣਾਉਂਦੇ। ਅਸੀਂ ਕੋਸ਼ਿਸ਼ ਕੀਤੀ ਤੁਹਾਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦੇਣ ਲਈ। ਤੁਹਾਡੇ ਸੁਝਾਅ, ਤੁਹਾਡੇ ਕੋਈ ਸਵਾਲ ਹਨ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਜੁੜੇ ਰਹੋ ਦੁਨੀਆ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।